ਜਿਵੇਂ ਕਿ ਅੱਜਕੱਲ ਯੰਗਸਟਰਸ ਨੂੰ ਵੀ ਕਿੰਨੀ ਵਾਰ ਬੈਕਏਕ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਯੰਗ ਏਜ ਤਾਂ ਬਹੁਤ ਛੋਟੀ ਏਜ ਹੁੰਦੀ ਹੈ ਤੇ ਸਪਾਈਨ ਦੀ ਪ੍ਰੋਬਲਮਸ ਤਾਂ ਕਿੰਨੀ ਵਾਰ 올ਡ ਏਜ 'ਚ ਜਾ ਕੇ ਆਉਂਦੀ ਹੈ ਬਟ ਯੰਗਸਟਰਸ ਨੂੰ ਅਜਿਹੀ ਪ੍ਰੋਬਲਮਸ ਕਿਉਂ ਹੋ ਰਹੀਆਂ ਨੇ? ਜੇ ਕੋਈ ਵੀ ਆਪਾਂ ਬਾਡੀ ਦਾ ਪੋਸਚਰ ਨਹੀਂ ਸਹੀ ਰੱਖਾਂਗੇ ਉਹਦੇ ਨਾਲ ਮਕੈਨੀਕਲ ਬੈਕਏਕ ਵੀ ਹੋ ਸਕਦੀ ਹੈ, ਡਿਸਕ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਕਾਫੀ ਕੁਝ ਹੋ ਸਕਦਾ। ਜਿਮ ਫਰੀਕ ਨੇ ਜ਼ਿਆਦਾ ਜਿਮ ਵੱਲ ਜਾ ਰਿਹਾ ਜਾਂ ਜਿਮ ਦੇ ਵਿੱਚ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਪ੍ਰੋਪਰ weight ਕਿਵੇਂ ਚੱਕਣੇ ਆ। ਸਰ ਜਿਹੜੀ ਇਹ ਸਪਾਈਨ ਦੀ ਪ੍ਰੋਬਲਮ ਆਉਂਦੀ ਹੈ ਇਹਦੇ ਲਈ ਸਰਜਰੀ ਹੀ ਲਾਈਕ ਡਾਕਟਰਸ ਰეკਮੈਂਡ ਕਰਦੇ ਹੈ, ਸਰਜਰੀ ਹੀ ਇਸ ਦਾ ਇਲਾਜ ਹੈ ਕਿ ਹੋਰ ਵੀ ਕੋਈ ਇਲਾਜ ਹੋ ਸਕਦਾ ਇਹਦਾ? ਸੋ ਇਨੀਸ਼ੀਅਲੀ ਆਪਾਂ ਇਹਦਾ ਟ੍ਰੀਟਮੈਂਟ ਹੈਗਾ ਮੈਡੀਸਨ ਦੇ ਨਾਲ ਹੀ 6 ਵੀਕਸ ਦੀ ਮੈਡੀਸਨ ਦਿੰਦੇ ਆ, ਰਾਈਟ ਪੋਸਚਰ ਐਡਵਾਈਸ ਕਰਦੇ ਆ, 2-3 ਐਕਸਰਸਾਈਜ਼ ਉਹ ਐਡਵਾਈਸ ਕਰਦੇ ਆ। ਕਾਫੀ ਪੇਸ਼ੈਂਟ ਨੂੰ 80% ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦਾ। 20% ਪੇਸ਼ੈਂਟ ਉਹਨਾਂ ਨੂੰ ਸਰਜਰੀ ਲੋੜ ਪੈਂਦੀ ਹੈ ਜੋ ਕਿ ਸਾਡੇ ਕੋਲ ਲਾਸਟ ਸਟੇਜ ਤੇ ਪਹੁੰਚਦੇ ਆ। ਬਟ ਡਾਈਟ ਦਾ ਇਹਦੇ ਨਾਲ ਕੋਈ ਲੈਣ ਦੇਣ ਹੈ? weight ਰਿਡਕਸ਼ਨ ਲਈ ਡਾਈਟ ਤੇ ਕੰਟਰੋਲ ਬਹੁਤ ਜ਼ਰੂਰੀ ਹੈ। ਸੈਕਿੰਡ ਥਿੰਗ ਆਪਾਂ ਨੂੰ ਵਾਕ ਕਰਨੀ ਚਾਹੀਦੀ ਹੈ ਕਿ ਜਿਹਦੀ ਵਜ੍ਹਾ ਨਾਲ ਆਪਾਂ ਨੂੰ ਬੈਕਏਕ ਨਾ ਹੋਵੇ। ਜੇ ਆਪਾਂ ਦਿਨ ਦੇ ਵਿੱਚ ਘੱਟੋ ਘੱਟ 15 ਤੋਂ 20 ਮਿੰਟ ਆਪਾਂ ਨੂੰ ਵਾਕ ਕਰੀਏ ਜਿਹਦੀ ਵਜ੍ਹਾ ਨਾਲ ਆਪਣੀ weight ਵੀ ਕੰਟਰੋਲ 'ਚ ਹੋਏਗਾ ਤੇ ਡਾਈਟ ਵੀ ਕੰਟਰੋਲ ਕਰੀਏ, ਉਹਦੀ ਵਜ੍ਹਾ ਨਾਲ ਕਾਫੀ ਕੁਛ ਆਪਾਂ ਡਿਸਕ ਪ੍ਰੋਬਲਮ ਦੀ ਕੰਟਰੋਲ 'ਚ ਕੀਤਾ ਜਾ ਸਕਦਾ। ਬੈੱਡ ਤੇ ਵੀ ਆਪਾਂ ਟੀਵੀ ਦੇਖ ਰਹੇ ਹਾਂ, ਆਪਾਂ 2-3 ਪਿਲੋਜ਼ ਬੈਕ ਤੇ ਰੱਖ ਕੇ ਬਹਿ ਜਾਂਦੇ ਹਾਂ, ਉਹ ਸਭ ਤੋਂ ਗਲਤ ਚੀਜ਼ ਆ। ਜਦੋਂ ਵੀ ਬੈਠਣਾ ਤੁਹਾਡੀ ਬੈਕ ਸਿੱਧੀ ਹੋਵੇ। ਸਪਾਈਨ ਦੇ ਦੇਖੋ 4 ਕਰਵ ਆ, ਜਿਹੜਾ ਸਭ ਤੋਂ ਲੋਅਰ ਸਪਾਈਨ ਦੇ ਵਿੱਚ ਡਿਸਕ ਦੀ ਪ੍ਰੋਬਲਮ ਸਭ ਤੋਂ ਵੱਧ ਆਉਂਦੀ ਹੈ ਜੋ ਕਿ ਹੈ ਲੰਬਰ ਸਪਾਈਨ। ਸੋ ਕਰਵ ਨੂੰ ਮੇਨਟੇਨ ਕਰਨਾ ਜ਼ਰੂਰੀ ਹੈ। ਸੋ ਕਰਵ ਨੂੰ ਮੇਨਟੇਨ ਜ਼ਿਆਦਾ ਤੁਹਾਡੀ ਬੈਕ ਸਿੱਧੀ ਹੋਵੇ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਬੈਟਰ ਆਪਣੇ ਮਾਰਕੀਟ ਵਿੱਚ ਲੰਬਰ ਰੋਲ ਹੁੰਦੇ ਆ ਕਿ ਜੋ ਕਿ ਆਪਣੇ ਇੱਕ ਟਾਈਪ ਪਿਲੋ ਹੁੰਦਾ ਵਾ ਜੋ ਕਿ ਬੈਕ ਦੇ ਪਿੱਛੇ ਆਪਾਂ ਰੱਖ ਕੇ ਬੈਠ ਸਕਦੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਮੈਂ ਸ਼ਪ੍ਰੀਤ ਕੌਰ। ਅੱਜ ਆਪਾਂ ਆਏ ਹਾਂ ਇੱਥੇ ਪ੍ਰੋ ਲਾਈਫ ਹਸਪੀਟਲ ਜਿੱਥੇ ਕਿ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਿਮਰਪ੍ਰੀਤ ਜੋ ਕਿ ਸਪਾਈਨ ਸਰਜਨ ਨੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੀ ਸਪਾਈਨ ਰਿਲੇਟਡ ਪ੍ਰੋਬਲਮਸ ਤੇ ਜਿਵੇਂ ਬੈਕਏਕ ਵਗੈਰਾ ਹੁੰਦੀ ਹੈ ਉਸ ਨੂੰ ਕਿਵੇਂ ਟਰੀਟ ਕਰ ਸਕਦੇ ਹੋ। ਤੇ ਸਰ ਜਿਵੇਂ ਕਿ ਅੱਜਕੱਲ ਯੰਗਸਟਰਸ ਨੂੰ ਵੀ ਕਿੰਨੀ ਵਾਰ ਬੈਕਏਕ ਦੀ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਯੰਗ ਏਜ ਤਾਂ ਬਹੁਤ ਛੋਟੀ ਏਜ ਹੁੰਦੀ ਹੈ ਤੇ ਸਪਾਈਨ ਦੀ ਪ੍ਰੋਬਲਮਸ ਤਾਂ ਕਿੰਨੀ ਵਾਰ 올ਡ ਏਜ 'ਚ ਜਾ ਕੇ ਆਉਂਦੀ ਹੈ ਬਟ ਯੰਗਸਟਰਸ ਨੂੰ ਅਜਿਹੀ ਪ੍ਰੋਬਲਮਸ ਕਿਉਂ ਹੋ ਰਹੀਆਂ ਨੇ? ਇਹਦੇ ਬਾਰੇ ਤੁਹਾਡਾ ਕੀ ਹੈ? ਦੇਖੋ, ਸਭ ਤੋਂ ਪਹਿਲਾਂ ਮੇਨ ਗੱਲ ਇਹ ਹੈ ਕਿ ਯੰਗਸਟਰ ਦੇ ਜਿਹੜੇ ਸਭ ਤੋਂ ਇੰਪੋਰਟੈਂਟ ਚੀਜ਼ ਧਿਆਨ 'ਚ ਰੱਖਣ ਵਾਲੀ ਹੈ ਕਿ ਪੋਸਚਰ ਆਪਾਂ ਨੂੰ ਸਭ ਤੋਂ ਸਹੀ ਰੱਖਣਾ ਚਾਹੀਦਾ ਹੈ। ਜੇ ਕੋਈ ਵੀ ਆਪਾਂ ਬਾਡੀ ਦਾ ਪੋਸਚਰ ਨਹੀਂ ਸਹੀ ਰੱਖਾਂਗੇ ਉਹਦੇ ਨਾਲ ਮਕੈਨੀਕਲ ਬੈਕਏਕ ਵੀ ਹੋ ਸਕਦੀ ਹੈ, ਡਿਸਕ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਕਾਫੀ ਕੁਝ ਹੋ ਸਕਦਾ। ਸੈਕਿੰਡ ਥਿੰਗ ਮੋਸਟਲੀ ਯੰਗਸਟਰਸ ਅੱਜਕੱਲ ਜ਼ਿਆਦਾ ਆਪਣਾ ਜਿਮ ਫਰੀਕ ਨੇ ਜ਼ਿਆਦਾ ਜਿਮ ਵੱਲ ਜਾ ਰਿਹਾ ਜਾਂ ਜਿਮ ਦੇ ਵਿੱਚ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਪ੍ਰੋਪਰ weight ਕਿਵੇਂ ਚੱਕਣੇ ਆ। ਇਹ ਨਹੀਂ ਹੈ ਕਿ ਆਪਾਂ ਫਰੀ ਹੈਂਡ weight ਜ਼ਿਆਦਾ ਚੱਕ ਰਹੇ ਹਾਂ ਜਾਂ ਪ੍ਰੋਪਰ ਕਿਸੇ ਦੇ ਅੰਡਰ ਟ੍ਰੇਨਿੰਗ ਨਹੀਂ ਲੈ ਰਹੇ ਤਾਂ ਆਪਾਂ ਆਪਣੇ ਹਿਸਾਬ ਨਾਲ ਹੀ ਕਰ ਰਹੇ ਹਾਂ। ਸਭ ਤੋਂ ਮੇਨ ਉਹ ਚੀਜ਼ ਆ। ਸੋ ਆਪਾਂ ਨੂੰ ਇੱਕ ਪੋਸਚਰ ਆਪਣਾ ਸਹੀ ਰੱਖਣਾ ਚਾਹੀਦਾ ਹੈ। ਜੇ ਆਪਾਂ ਜਿਮ ਵੱਲ ਜ਼ਿਆਦਾ ਜਾ ਰਹੇ ਹਾਂ ਤਾਂ ਜਿਮ ਦੇ ਵਿੱਚ ਅੰਡਰ ਟ੍ਰੇਨਰ ਦੇ ਵਿੱਚ ਹੀ ਆਪਾਂ ਨੂੰ ਜਿਮ ਦਾ ਕਰਨਾ ਚਾਹੀਦਾ। ਸਰ ਬਟ ਡਾਈਟ ਦਾ ਵੀ ਇਹਦੇ ਨਾਲ ਕੋਈ ਲੈਣਾ ਦੇਣਾ? ਜਿਵੇਂ ਜਿਮ ਫਰੀਕਸ ਜਿਹੜੇ ਹੁੰਦੇ ਆ ਉਹ ਡਾਈਟ ਵੀ ਉੱਦਾਂ ਦੀ ਲੈਂਦੇ ਆ ਜਿੱਦਾਂ ਦੀ ਉਹਨਾਂ ਦੇ ਟ੍ਰੇਨਰਸ ਦਿੰਦੇ ਆ ਬਟ ਡਾਈਟ ਦਾ ਇਹਦੇ ਨਾਲ ਕੋਈ ਲੈਣ ਦੇਣ ਹੈ? ਦੇਖੋ, ਡਾਈਟ ਦਾ ਐਸ ਸੱਚ ਇਹਦੇ ਨਾਲ ਬੈਕਏਕ ਦੇ ਨਾਲ ਡਿਸਕ ਦੀ ਪ੍ਰੋਬਲਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਟ ਮੇਨ ਗੱਲ ਹੈ ਕਿ ਜਿਹੜੇ ਵੀ ਓਬੀਸ ਪੇਸ਼ੈਂਟ ਆ ਜਦੋਂ ਵੀ ਆਪਣਾ ਓਬੈਸਿਟੀ ਕੀ ਗੱਲ ਕਰਦੇ ਓਬੈਸਿਟੀ ਨਾਲ ਆਪਣਾ ਇੰਟਰ ਐਬਡੋਮੀਨਲ ਪ੍ਰੈਸ਼ਰ ਵੱਧਦਾ, ਜਿਹੜਾ ਪੇਟ ਦਾ ਪ੍ਰੈਸ਼ਰ, ਉਹਦੀ ਵਜ੍ਹਾ ਨਾਲ ਡਿਸਕ ਦੀ ਪ੍ਰੋਬਲਮ ਜ਼ਿਆਦਾ ਹੋਣ ਦੇ ਚਾਂਸ ਆ। ਸੋ ਸਭ ਤੋਂ ਪਹਿਲਾਂ ਇਨੀਸ਼ੀਅਲੀ ਆਪਾਂ ਨੂੰ weight ਰਿਡਿਊਸ ਵੱਲ ਜਾਣਾ ਚਾਹੀਦਾ। weight ਰਿਡਕਸ਼ਨ ਲਈ ਡਾਈਟ ਤੇ ਕੰਟਰੋਲ ਬਹੁਤ ਜ਼ਰੂਰੀ ਹੈ। ਸੈਕਿੰਡ ਥਿੰਗ ਆਪਾਂ ਨੂੰ ਵਾਕ ਕਰਨੀ ਚਾਹੀਦੀ ਹੈ ਕਿ ਜਿਹਦੀ ਵਜ੍ਹਾ ਨਾਲ ਆਪਾਂ ਨੂੰ ਬੈਕਏਕ ਨਾ ਹੋਵੇ। ਜੇ ਆਪਾਂ ਦਿਨ ਦੇ ਵਿੱਚ ਘੱਟੋ ਘੱਟ 15 ਤੋਂ 20 ਮਿੰਟ ਆਪਾਂ ਨੂੰ ਵਾਕ ਕਰੀਏ ਜਿਹਦੀ ਵਜ੍ਹਾ ਨਾਲ ਆਪਣੀ weight ਵੀ ਕੰਟਰੋਲ 'ਚ ਹੋਏਗਾ ਤੇ ਡਾਈਟ ਵੀ ਕੰਟਰੋਲ ਕਰੀਏ, ਉਹਦੀ ਵਜ੍ਹਾ ਨਾਲ ਕਾਫੀ ਕੁਛ ਆਪਾਂ ਡਿਸਕ ਪ੍ਰੋਬਲਮ ਦੀ ਕੰਟਰੋਲ 'ਚ ਕੀਤਾ ਜਾ ਸਕਦਾ। ਸਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਵੇਂ ਓਬੈਸਿਟੀ ਹੋ ਰਹੀ ਹੈ ਲਾਈਕ ਮੋਟਾਪਾ ਵੱਧ ਰਿਹਾ ਉਸ ਦੇ ਨਾਲ ਸਾਡੇ ਪੈਰਾਂ ਤੇ ਜ਼ਿਆਦਾ ਭਾਰ ਪੈਂਦਾ ਤੇ ਉਸ ਦੇ ਕਰਕੇ ਸਾਨੂੰ ਸਮਟਾਈਮਸ ਪੇਨ ਵੀ ਹੁੰਦੀ ਹੈ ਤੇ ਲਾਈਕ ਸਾਈਟਿਕਾ ਪੇਨ ਵੀ ਹੁੰਦੀ ਹੈ ਤੇ ਉਹਦਾ ਸਪਾਈਨ ਨਾਲ ਕੀ ਲੈਣਾ ਦੇਣਾ ਹੈ? ਦੇਖੋ, weight gain ਦੇ ਨਾਲ ਓਬੈਸਿਟੀ ਦੇ ਨਾਲ ਡਾਇਰੈਕਟਲੀ ਪੈਰਾਂ ਤੇ ਭਾਰ ਪੈਣ ਨਾਲ ਸਿਆਟਿਕਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਬਟ weight gain ਦੇ ਨਾਲ ਕੀ ਹੁੰਦਾ, ਡਿਸਕ ਦੀ ਪ੍ਰੋਬਲਮ ਹੋਣ ਦੇ ਜ਼ਿਆਦਾ ਚਾਂਸ ਹੋ ਜਾਂਦੇ ਆ ਕਿਉਂਕਿ ਓਬੀਸ ਪੇਸ਼ੈਂਟ ਦੇ ਵਿੱਚ ਕੀ ਹੁੰਦਾ, ਜ਼ਿਆਦਾ ਵਾਕ ਨਹੀਂ ਕਰ ਸਕੇਗਾ, ਜ਼ਿਆਦਾ ਟਾਈਮ ਬੈਠੇਗਾ ਤੇ ਬੈਠਣ ਦੀ ਵਜ੍ਹਾ ਨਾਲ ਡਿਸਕ 'ਤੇ ਸਭ ਤੋਂ ਵੱਧ ਪ੍ਰੈਸ਼ਰ ਹੁੰਦਾ। ਖੜੇ ਰਹਿਣ ਨਾਲ ਡਿਸਕ 'ਤੇ ਪ੍ਰੈਸ਼ਰ ਘਟਦਾ ਵਾ। ਉਹ ਜੇ ਆਪਾਂ ਉਹਨੂੰ ਕੰਪੇਅਰ ਕਰੀਏ ਬੈਠਣ ਦੇ ਨਾਲ ਤਾਂ ਬੈਠਣ ਦੇ ਨਾਲ ਡਿਸਕ 'ਤੇ ਪ੍ਰੈਸ਼ਰ ਬਹੁਤ ਵੱਧਦਾ ਵਾ, ਖੜੇ ਰਹਿਣ ਨਾਲ ਘਟਦਾ ਹੈ। ਤੇ ਸਰ ਰਾਈਟ ਪੋਸਚਰ ਲਾਈਕ ਕਿਵੇਂ ਲੋਕਾਂ ਨੂੰ ਸਮਝ ਆਏਗਾ ਕਿ ਪੋਸਚਰ ਕਿਵੇਂ ਉਹਨਾਂ ਦਾ ਹੋਣਾ ਚਾਹੀਦਾ ਐਂਡ ਅਕੋਰਡਿੰਗ ਟੂ ਏਜ ਵੀ ਇਹ ਚੀਜ਼ ਕਿਵੇਂ ਉਹਨਾਂ ਨੂੰ ਸਮਝ ਆਏਗੀ? ਦੇਖੋ, ਰਾਈਟ ਪੋਸਚਰ ਮੀਨਸ ਤੁਸੀਂ ਇੱਕ ਤਾਂ ਯੂ ਸ਼ੁਡ ਨਾਟ ਸਿਟ ਫॉर ਮੋਰ ਦੈਨ 20 ਮਿੰਟਸ। ਆਪਾਂ ਨੂੰ 20 ਤੋਂ 25 ਮਿੰਟ ਤੋਂ ਵੱਧ ਇੱਕ ਜਗ੍ਹਾ 'ਤੇ ਨਹੀਂ ਬੈਠਣਾ ਚਾਹੀਦਾ। ਆਈਦਰ ਵੀ ਆਰ ਸਿਟਿੰਗ ਔਨ ਅ ਚੇਅਰ ਔਰ ਔਨ ਅ ਸੋਫਾ ਔਰ ਔਨ ਅ ਬੈੱਡ। ਸਭ ਤੋਂ ਪਹਿਲਾਂ ਮੇਨ ਗੱਲ। ਸੋ ਰਾਈਟ ਪੋਸਚਰ ਇਹ ਹੈ ਕਿ ਆਪਾਂ ਨੂੰ ਇੱਕ ਤਾਂ ਸਟੋਪਿੰਗ ਪੋਸਚਰ ਨਹੀਂ ਬਹਿਣਾ। ਲਾਈਕ ਕਈ ਪੇਸ਼ੈਂਟ ਕੀ ਕਰਦੇ ਅੱਗੇ ਜ਼ਿਆਦਾ ਕੁੱਪ ਪਾ ਕੇ ਬਹਿ ਜਾਂਦੇ ਆ ਜਾਂ ਪਿੱਛੇ ਨੂੰ ਜਾ ਕੇ ਜਾਂ ਲੀਨ ਬੈਕਵਰਡ ਹੋ ਕੇ, ਪਿੱਛੇ ਨੂੰ ਨਹੀਂ ਝੁੱਕ ਕੇ ਬਹਿਣਾ ਚਾਹੀਦਾ।
ਦੂਸਰੀ ਥਰਡ ਚੀਜ਼ ਇਹ ਹੈ ਕਿ ਕਈ ਆਪਾਂ ਨਾਰਮਲੀ ਆਪਾਂ ਘਰੇ ਦੇਖਦੇ ਹਾਂ, ਮਤਲਬ ਬੈੱਡ ਤੇ ਵੀ ਆਪਾਂ ਟੀਵੀ ਦੇਖ ਰਹੇ ਹਾਂ, ਆਪਾਂ 2-3 ਪਿਲੋਜ਼ ਬੈਕ ਤੇ ਰੱਖ ਕੇ ਬਹਿ ਜਾਂਦੇ ਹਾਂ। ਉਹ ਸਭ ਤੋਂ ਗਲਤ ਚੀਜ਼ ਆ। ਜਦੋਂ ਵੀ ਬੈਠਣਾ ਤੁਹਾਡੀ ਬੈਕ ਸਿੱਧੀ ਹੋਵੇ। ਸਪਾਈਨ ਦੇ ਦੇਖੋ 4 ਕਰਵ ਆ। ਜਿਹੜਾ ਸਭ ਤੋਂ ਲੋਅਰ ਸਪਾਈਨ ਦੇ ਵਿੱਚ ਡਿਸਕ ਦੀ ਪ੍ਰੋਬਲਮ ਸਭ ਤੋਂ ਵੱਧ ਆਉਂਦੀ ਹੈ, ਜੋ ਕਿ ਹੈ ਲੰਬਰ ਸਪਾਈਨ। ਸੋ ਉਹ ਕਰਵ ਨੂੰ ਮੇਨਟੇਨ ਕਰਨਾ ਜ਼ਰੂਰੀ ਹੈ। ਸੋ ਕਰਵ ਨੂੰ ਮੇਨਟੇਨ ਜ਼ਿਆਦਾ ਤੁਹਾਡੀ ਬੈਕ ਸਿੱਧੀ ਹੋਵੇ। ਜੇ ਤੁਸੀਂ ਨਹੀਂ ਕਰ ਸਕਦੇ ਤਾਂ ਬੈਟਰ ਆ ਆਪਣੇ ਮਾਰਕੀਟ ਵਿੱਚ ਲੰਬਰ ਰੋਲ ਹੁੰਦੇ ਆ ਕਿ ਜੋ ਕਿ ਆਪਣੇ ਇੱਕ ਟਾਈਪ ਪਿਲੋ ਹੁੰਦਾ ਵਾ, ਜੋ ਕਿ ਬੈਕ ਦੇ ਪਿੱਛੇ ਆਪਾਂ ਰੱਖ ਕੇ ਬੈਠ ਸਕਦੇ ਹਾਂ। ਤੇ ਸਰ ਜਿਹੜੀ ਇਹ ਸਪਾਈਨ ਦੀ ਪ੍ਰੋਬਲਮ ਆਉਂਦੀ ਹੈ, ਇਹਦੇ ਲਈ ਸਰਜਰੀ ਹੀ ਲਾਈਕ ਡਾਕਟਰਸ ਰეკਮੈਂਡ ਕਰਦੇ ਆ, ਸਰਜਰੀ ਹੀ ਇਸ ਦਾ ਇਲਾਜ ਹੈ ਕਿ ਹੋਰ ਵੀ ਕੋਈ ਇਲਾਜ ਹੋ ਸਕਦਾ ਇਹਦਾ? ਦੇਖੋ ਇਹ ਮਿਥ ਆ ਕਿ ਸਰਜਰੀ ਇਹਦਾ ਇਲਾਜ ਆ। ਸਰਜਰੀ ਇਜ਼ ਦਾ ਲਾਸਟ ਆਪਸ਼ਨ ਫॉर ਡਿਸਕ ਪ੍ਰੋਬਲਮ। ਜੇ ਇਨੀਸ਼ੀਅਲੀ ਡਿਸਕ ਨੂੰ ਆਪਾਂ ਫੜਿਆ ਜਾ ਸਕੇ, ਇਹ ਨਹੀਂ ਹੈ ਕਿ ਤੁਸੀਂ ਸੈਲਫ ਟਰੀਟ ਕਰੋ। ਪਹਿਲਾਂ ਡਾਕਟਰ ਨੂੰ ਦਿਖਾਓ, ਕਲੀਨਿਕਲ ਐਗਜ਼ਾਮੀਨੇਸ਼ਨ ਤੇ ਆਪਾਂ ਨੂੰ ਦੇਖਿਆ ਜਾ ਸਕੇ। ਕਈ ਵਾਰ ਤਾਂ MRI ਦੀ ਲੋੜ ਵੀ ਨਹੀਂ ਪੈਂਦੀ, ਕਿਉਂਕਿ ਪੇਸ਼ੈਂਟ ਮੋਸਟਲੀ ਸਾਡੇ ਕੋਲ ਪੈ ਜਾਂਦੇ ਆ ਲਾਸਟ ਸਟੇਜ ਤੇ। ਉਦੋਂ MRI ਦੀ ਜ਼ਰੂਰਤ ਪੈਂਦੀ ਹੈ ਤੇ ਉਦੋਂ ਆਪਰੇਟ ਦੀ ਵੀ ਲੋੜ ਪੈ ਜਾਂਦੀ ਹੈ। ਜੇ ਆਪਾਂ ਉਹਨੂੰ ਪਹਿਲੀ ਸਟੇਜ ਤੇ ਹੀ ਫੜਾਂਗੇ ਡਿਸਕ ਦੀ ਪ੍ਰੋਬਲਮ ਨੂੰ, ਹੋ ਸਕਦਾ ਆਪਾਂ ਨੂੰ MRI ਦੀ ਲੋੜ ਨਾ ਪਵੇ ਕਲੀਨਿਕਲ ਐਗਜ਼ਾਮੀਨੇਸ਼ਨ ਦੇ ਨਾਲ। ਸੋ ਇਨੀਸ਼ੀਅਲੀ ਆਪਾਂ ਇਹਦਾ ਟਰੀਟਮੈਂਟ ਹੈਗਾ ਮੈਡੀਸਨ ਦੇ ਨਾਲ ਹੀ। 6 ਵੀਕਸ ਦੀ ਮੈਡੀਸਨ ਦਿੰਦੇ ਆ, ਰਾਈਟ ਪੋਸਚਰ ਐਡਵਾਈਸ ਕਰਦੇ ਹਾਂ, 2-3 ਐਕਸਰਸਾਈਜ਼ ਉਹ ਐਡਵਾਈਸ ਕਰਦੇ ਹਾਂ। ਕਾਫੀ ਪੇਸ਼ੈਂਟ ਨੂੰ 80% ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦਾ। 20% ਪੇਸ਼ੈਂਟ ਉਹਨਾਂ ਨੂੰ ਸਰਜਰੀ ਲੋੜ ਪੈਂਦੀ ਹੈ, ਜੋ ਕਿ ਸਾਡੇ ਕੋਲ ਲਾਸਟ ਸਟੇਜ ਤੇ ਪਹੁੰਚਦੇ ਆ। ਸਰ ਐਕਸਰਸਾਈਜ਼ ਨਾਲ ਇਹ ਇਕੱਲਾ ਠੀਕ ਹੋ ਸਕਦਾ ਹੈ? ਐਕਸਰਸਾਈਜ਼ ਪਰਟੀਕੂਲਰ 2-3 ਐਕਸਰਸਾਈਜ਼ਾਂ ਮੈਂ ਰੂਟੀਨਲੀ ਮੈਂ ਉਹੀ ਕਹਿ ਰਿਹਾ ਵੀ ਆਪਣੇ ਆਪ ਕਈ ਪੇਸ਼ੈਂਟ ਨੂੰ ਆਪਣੇ ਆਪ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ ਕਿ ਰਨਿੰਗ ਜੰਪਿੰਗ ਆਪਾਂ ਕਰ ਲੈਂਦੇ ਬੈਕ ਇੱਕ ਠੀਕ ਹੋ ਜਾਏਗੀ, ਕਦੇ ਨਹੀਂ। ਜੇ ਕਿਸੇ ਪੇਸ਼ੈਂਟ ਨੂੰ ਡਿਸਕ ਦੀ ਪ੍ਰੋਬਲਮ ਸਟਾਰਟ ਹੋਈ ਆ ਤਾਂ ਰਨਿੰਗ ਜੰਪਿੰਗ ਦੇ ਨਾਲ ਉਹ ਵਧੇਗੀ, ਘਟੇਗੀ ਨਹੀਂ। ਸੋ ਇਹ ਟਿਪੀਕਲੀ 1-2 ਐਕਸਰਸਾਈਜ਼ਾਂ ਜੋ ਅਸੀਂ ਹੀ ਦੱਸ ਸਕਦੇ ਕਿ ਕਿਹੜੀਆਂ ਐਕਸਰਸਾਈਜ਼ਾਂ ਸਟਾਰਟ ਕਰਨੀ, ਕਿਹੜੇ ਪੇਸ਼ੈਂਟ ਨੂੰ ਕਿਹੜੀ ਐਕਸਰਸਾਈਜ਼ ਦੀ ਜ਼ਰੂਰਤ ਹੈ ਤੇ ਕਿਹੜੇ ਲੈਵਲ ਤੱਕ ਜ਼ਰੂਰਤ ਆ। ਸੋ ਆਪਣੇ ਆਪ ਐਕਸਰਸਾਈਜ਼ ਕਰਨ ਦੀ ਕੋਈ ਲੋੜ ਨਹੀਂ ਹੈਗੀ। ਸਰ ਜਿਹੜੀ ਡਿਸਕ ਦੀ ਪ੍ਰੋਬਲਮ ਹੈ ਉਹਦੇ ਸਿੰਪਟਮਸ ਕੀ ਹੁੰਦੇ, ਲਾਈਕ ਉਹ ਸਟਾਰਟ ਕਿੱਦਾਂ ਹੁੰਦੀ ਹੈ ਤੇ ਕਿਸ ਏਜ ਤੇ ਜਾ ਕੇ ਹੁੰਦੀ ਹੈ, ਕਿ ਕੋਈ ਏਜ ਬਾਰ ਹੈ ਉਹਦਾ ਕਿ ਨਹੀਂ? ਮੋਸਟਲੀ ਦੇਖੋ ਜੋ ਅਸੀਂ ਰੂਟੀਨਲੀ ਦੇਖਦੇ ਹਾਂ, ਜੋ ਅਸੀਂ ਲਿਟਰੇਚਰ 'ਚ ਵੀ ਪੜ੍ਹਦੇ ਹਾਂ, ਡਿਸਕ ਦੀ ਪ੍ਰੋਬਲਮ ਫਰੋਮ 20 to 45 ਈਅਰਸ ਆਫ ਏਜ ਦੇ ਵਿੱਚ ਡਿਸਕ ਦੀ ਪ੍ਰੋਬਲਮ ਆਉਂਦੀ ਆ। ਸੋ ਕਈ ਪੇਸ਼ੈਂਟ ਨੂੰ ਲੱਗਦਾ ਕਿ ਜੇ ਲੱਤ ਦੇ ਵਿੱਚ ਦਰਦ ਜਾ ਰਹੀ ਹੈ ਤਾਂ ਡਿਸਕ ਦੀ ਪ੍ਰੋਬਲਮ ਹੈ। ਇਹ ਬਿਲਕੁਲ ਗਲਤ ਆ। ਜੇ ਲੱਤ ਦੇ ਵਿੱਚ ਦਰਦ ਜਾ ਰਹੀ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਡਿਸਕ ਕਾਫੀ ਵੱਧ ਬਾਹਰ ਆ ਗਈ ਹੈ, ਜਿਹਦੀ ਵਜ੍ਹਾ ਨਾਲ ਉਹਨੇ ਇੱਕ ਰੂਟ ਦੇ ਉੱਤੇ, ਯਾਨੀ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਵਿੱਚ ਨਾੜ ਦੇ ਉੱਤੇ ਦੱਬ ਪਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰ ਕੀ ਹੁੰਦਾ ਕਿ ਕਈ ਪੇਸ਼ੈਂਟ ਸਾਨੂੰ ਦੱਸਦੇ ਆ ਜੀ ਅਸੀਂ 2 ਸਾਲ ਪਹਿਲਾਂ ਨੀਵੇਂ ਲੱਕ ਹੋ ਕੇ ਵੇਟ ਚੁੱਕਿਆ ਸੀ, ਉਦੋਂ ਥੋੜ੍ਹੀ ਜਿਹੀ ਪੇਨ ਹੋਈ ਸੀ ਬੈਕ ਦੇ ਵਿੱਚ ਅਤੇ ਹੁਣ ਸ਼ੁਰੂ ਹੋਈ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਡਿਸਕ ਦੀ ਪ੍ਰੋਬਲਮ ਉਹਨਾਂ ਨੂੰ ਉਦੋਂ ਹੀ ਸ਼ੁਰੂ ਹੋ ਗਈ ਆ। ਸੋ ਇਹ ਜ਼ਰੂਰੀ ਨਹੀਂ ਕਿ ਲੱਤ ਦੇ ਵਿੱਚ ਦਰਦ ਜਾਣੇ ਡਿਸਕ ਦੀ ਪ੍ਰੋਬਲਮ ਆ। ਸੋ ਇੱਕ ਇਨੀਸ਼ੀਅਲੀ ਜੇ ਆਪਾਂ ਝੁੱਕ ਕੇ ਕੋਈ ਵੇਟ ਚੁੱਕਦੇ ਹਾਂ ਜਾਂ ਸਡਨਲੀ ਆਪਾਂ ਨੂੰ ਇੱਕ ਸੀਵੀਅਰ ਬੈਕ ਏਕ ਹੁੰਦੀ ਹੈ, ਉਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਡਿਸਕ ਦੀ ਪ੍ਰੋਬਲਮ ਦੀ। ਮਤਲਬ ਬੈਕ ਏਕ ਨਾਲ ਵੀ ਸਾਨੂੰ ਡਿਸਕ ਦੀ ਪ੍ਰੋਬਲਮ ਹੋ ਸਕਦੀ ਹੈ ਤੇ ਉਹ ਬਾਅਦ ਵਿੱਚ ਲਾਈਕ ਸਪਾਈਨ ਰਿਲੇਟਡ ਪ੍ਰੋਬਲਮ ਵੀ ਬਣ ਸਕਦੀ ਹੈ? ਦੇਖੋ ਬੈਕ ਏਕ ਇਟ ਕੈਨ ਬੀ ਅ ਸਿੰਪਟਮ ਆਫ ਡਿਸਕ ਪ੍ਰੋਬਲਮ। ਜੇ ਡਿਸਕ ਬਾਹਰ ਆ ਰਹੀ ਆ, ਡਿਸਕ ਕੀ ਚੀਜ਼ ਹੈ? ਇੱਕ ਜੈਲੀ ਟਾਈਪ ਮਟੀਰੀਅਲ ਆ। ਜੇ ਡਿਸਕ ਇਨੀਸ਼ੀਅਲੀ ਥੋੜੀ ਜਿਹੀ ਬਾਹਰ ਹੁੰਦੀ ਆ, ਡਿਸਕ ਦੀ ਆਊਟਰ ਕਵਰਿੰਗ ਨਾ ਬੜੀ ਇੱਕ ਹਾਰਡ ਕਵਰਿੰਗ ਹੁੰਦੀ ਹੈ। ਜੇ ਹਾਰਡ ਕਵਰਿੰਗ ਟੁੱਟ ਕੇ ਥੋੜੇ ਜੈਲੀ ਟਾਈਪ ਮਟੀਰੀਅਲ ਬਾਹਰ ਆਉਂਦਾ ਵਾ ਤਾਂ ਉਹ ਇਨੀਸ਼ੀਅਲ ਸਿੰਪਟਮ ਹੀ ਬੈਕ ਏਕ ਹੁੰਦੇ ਆ। ਸੋ ਪੇਸ਼ੈਂਟ ਉਸ ਚੀਜ਼ ਨੂੰ ਇਗਨੋਰ ਕਰਦਾ ਕਿ ਸਾਨੂੰ ਨਾਰਮਲ ਬੈਕ ਏਕ ਆ, ਸੈਲਫ ਮੈਡੀਕੇਸ਼ਨ ਕਰਦੇ ਆ, ਨਾਰਮਲੀ ਐਕਸਰਸਾਈਜ਼ ਆਪਣੇ ਆਪ ਹੀ ਕਰਦੇ ਰਹਿੰਦੇ, ਸਭ ਤੋਂ ਗਲਤ ਆ। ਉਹ ਵਿਦ ਟਾਈਮ ਕੀ ਹੁੰਦਾ, ਜਿਹੜੀ ਥੋੜੀ ਬਹੁਤ ਡਿਸਕ ਬਾਹਰ ਆਈ ਹੁੰਦੀ ਆ ਉਹ ਗ੍ਰੈਜੂਅਲੀ ਹੋਰ ਬਾਹਰ ਆ ਜਾਂਦੀ ਆ, ਉਹਦੀ ਵਜ੍ਹਾ ਨਾਲ ਲੱਤ ਵਿੱਚ ਦਰਦ ਜਾਣਾ ਸ਼ੁਰੂ ਕਰ ਦਿੰਦੀ ਹੈ। ਤੇ ਈਵਨ ਸਰ ਜਿਵੇਂ ਹੁਣ ਕਰੋਨਾ ਦਾ ਟਾਈਮ ਚੱਲ ਰਿਹਾ ਸੀ, ਇਸ ਵਿੱਚ ਵੀ ਲੋਕਾਂ ਨੂੰ ਕਈ ਆਪਣੀ ਪ੍ਰੋਬਲਮਸ ਆਈਆਂ ਨੇ ਕਿ ਮਤਲਬ ਕਰੋਨਾ ਤੋਂ ਠੀਕ ਹੋਣ ਤੋਂ ਬਾਅਦ ਜਿਵੇਂ ਹੈਲਥ ਪ੍ਰੋਬਲਮਸ ਕਾਫੀ ਆਈਆਂ ਨੇ ਲੋਕਾਂ ਨੂੰ, ਤੇ ਸਪਾਈਨ ਰਿਲੇਟਡ ਕੋਈ ਪ੍ਰੋਬਲਮ ਵੀ ਆਈ ਹੈ? ਨਹੀਂ, ਕੋਵਿਡ ਦੀ ਵਜ੍ਹਾ ਨਾਲ ਸਪਾਈਨ ਰਿਲੇਟਡ ਐਸਟ ਮੈਂ ਨਹੀਂ ਸੁਣਿਆ, ਨਾ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਆਇਆ। ਪਰ ਜਨਰਲੀ ਜੋ ਪੇਸ਼ੈਂਟ ਹੁੰਦੇ ਆ ਸਾਡੇ ਕੋਲ ਜਨਰਲਾਈਜ਼ ਬੋਡੀ ਏਕ ਦੇ ਨਾਲ ਹੁੰਦੇ ਆ। ਸੈਕੰਡ ਰੀਜ਼ਨ ਇਹ ਵੀ ਆ ਕੋਵਿਡ ਦੇ ਵਿੱਚ ਕਿ ਮੋਸਟਲੀ ਪੇਸ਼ੈਂਟ ਬਾਹਰ ਨਹੀਂ ਨਿਕਲੇ, ਆਪਣਾ ਹੋਮ ਰਿਸਟ੍ਰਿਕਟਡ ਹੀ ਰਹੇ, ਘਰ ਹੀ ਰਹੇ, ਤਾਂ ਉਹਨਾਂ ਨੇ ਟੋਟਲੀ ਐਕਸਰਸਾਈਜ਼ ਵਾਕਿੰਗ ਵਗੈਰਾ ਬੰਦ ਕਰਤੀ ਆ। ਸੋ ਇੱਕ ਇਹ ਮੇਨ ਰੀਜ਼ਨ ਹੈ ਕਿ ਬੈਕ ਏਕ ਕਈ ਪੇਸ਼ੈਂਟਸ ਨੂੰ ਆਈਆਂ, ਬਟ ਡਾਇਰੈਕਟਲੀ ਕੋਵਿਡ ਦੇ ਨਾਲ ਬੈਕ ਏਕ ਦਾ ਕੋਈ ਰਿਲੇਸ਼ਨ ਨਹੀਂ ਹੈ। ਤੇ ਸਰ ਜਿਹੜੀ ਸਪਾਈਨਲ ਕਾਰਡ ਦਾ ਲਾਈਕ ਆਪਣਾ ਮੇਨ ਜਿਹੜਾ ਜਿਹਨੂੰ ਕਿਹਾ ਜਾਂਦਾ ਹੈ, ਤੇ ਇਹਦੀ ਜੇ ਸਰਜਰੀ ਕਰਾਈਏ ਤਾਂ ਉਹਦਾ ਕਿੰਨਾ ਕੁ ਖਰਚਾ ਪੈ ਜਾਂਦਾ ਹੈ? ਦੇਖੋ ਜੇ ਅਸੀਂ ਇੱਥੇ ਸਾਡੇ ਇੱਥੇ ਪੈਕੇਜਿਸ ਆ, ਕੋਈ ਇਹਦੇ 'ਚ ਵੱਧ ਘੱਟ ਨਹੀਂ ਹੈਗਾ। ਜੇ ਆਪਾਂ ਨੂੰ ਸਿੰਪਲ ਇੱਕ ਲੈਵਲ 'ਤੇ ਡਿਸਕ ਦੀ ਪ੍ਰੋਬਲਮ ਹੈਗੀ ਆ, ਸਾਡਾ ਇੱਕ ਪੈਕੇਜ ਹੈਗਾ ਅਰਾਊਂਡ 7 ਡੇਜ਼ ਦਾ ਸਟੇ ਹੁੰਦਾ, ਉਹਦੇ ਅਸੀਂ ਅਰਾਊਂਡ 1 ਲੱਖ ਦੇ ਵਿੱਚ ਵੀ ਡਿਸਕ ਦੀ ਪ੍ਰੋਬਲਮ ਦਾ ਕਰਦੇ ਹਾਂ। ਜੇ ਉਹਦੇ ਵਿੱਚ ਹੀ ਸਾਨੂੰ ਲੱਗੇ ਕਿ ਸਾਡੇ ਇੱਕ ਸਿੰਪਲ ਡਿਸਕ ਦੀ ਪ੍ਰੋਬਲਮ ਕਿ ਜਿਹੜੀ ਡਿਸਕ ਜਿਹਨੂੰ ਅਸੀਂ ਕਹਿੰਦੇ ਵੀ ਮਾਈਕਰੋ ਲੰਬਰ ਲਾਈਕ ਮਾਈਕਰੋ ਡਿਸੈਕਟਮੀ ਮਾਈਕਰੋਸਕੋਪ ਦੇ ਥਰੂ ਕਰਦੇ ਹਾਂ। ਸੈਕਿੰਡ ਇਹ ਚੀਜ਼ ਹੁੰਦੀ ਹੈ ਦੇਖਣਾ ਪੈਂਦਾ ਕਿ ਪੇਸ਼ੈਂਟ ਨੂੰ ਬੈਕ ਏਕ ਹੈਗੀ ਹੈ ਕਿ ਨਹੀਂ। ਜੇ ਉਹ ਬੈਕ ਏਕ ਹੋਵੇ ਇਹਦਾ ਮਤਲਬ ਕਿਤੇ ਨਾ ਕਿਤੇ ਮਣ ਕੇ ਆਪਣੇ ਇੱਕ ਦੂਜੇ ਨਾਲੋਂ ਮਤਲਬ ਸਟੇਬਲ ਨਹੀਂ ਆ, ਇੱਕ ਦੂਜੇ ਉੱਪਰ ਮਤਲਬ ਸਲਿੱਪ ਹੋ ਰਿਹਾ, ਫਿਰ ਉਸ ਚੀਜ਼ ਦੀ ਕਾਸਟ ਵੱਧ ਜਾਂਦੀ ਹੈ। ਜੇ ਉਹਦੇ ਸਕਰੂ ਪੈਣਾ ਪੈ ਗਿਆ ਉਹ ਚੀਜ਼ ਡਿਫਰੈਂਟ ਹੁੰਦੀ ਹੈ। ਬਟ ਜੇ ਇਕੱਲੇ ਡਿਸਕ ਕਰਨੀ ਆ ਉਹਦੀ ਕਾਸਟ ਅਰਾਊਂਡ 1 ਲੱਖ ਆ, ਇਨਕਲੂਡਿੰਗ ਸਟੇ, ਇਨਕਲੂਡਿੰਗ ਆਪਰੇਸ਼ਨ ਫੀਸ, ਇਨਕਲੂਡਿੰਗ ਐਵਰੀਥਿੰਗ। ਤੇ ਤੁਸੀਂ ਆਪਣੇ ਪੇਸ਼ੈਂਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਮੈਂ ਐਜ਼ ਅ ਸਪਾਈਨ ਸਰਜਨ ਆਪਣੇ ਪੇਸ਼ੈਂਟਸ ਨੂੰ ਇੱਕ ਮੇਨ ਗੱਲ ਇਹੀ ਦੱਸਣਾ ਚਾਹੁੰਦਾ ਕਿ ਜੇ ਸਪਾਈਨ ਦੀ ਪ੍ਰੋਬਲਮ ਤੋਂ ਬਚਣਾ ਚਾਹੁੰਦੇ ਹੋ, ਆਈਦਰ ਪੇਸ਼ੈਂਟ ਯੰਗ ਆ ਜਾਂ ਓਲਡਰ ਆ, ਕੁਛ ਵੀ ਹੈਗਾ, ਇਨੀਸ਼ੀਅਲੀ ਤੁਸੀਂ ਆਪਣਾ ਪੋਸਚਰ ਸਹੀ ਰੱਖੋ, ਵਾਕ ਰੱਖੋ, ਸਿੰਪਲ ਐਕਸਰਸਾਈਜ਼, ਵਾਕਿੰਗ ਇਜ਼ ਦਾ ਬੈਸਟ ਐਕਸਰਸਾਈਜ਼ ਮੈਨੂੰ ਇਹ ਲੱਗਦਾ ਵਾ। 20 to 30 ਮਿੰਟਸ ਡੇਲੀ ਵਾਕ ਕਰੋ,
ਲਗਾਤਾਰ ਜ਼ਿਆਦਾ ਇੱਕ ਜਗ੍ਹਾ ਤੇ ਬੈਠੋ ਨਾ, ਲੋ ਸਿਟਿੰਗ ਅਵੋਇਡ ਕਰੋ, ਕ੍ਰਾਸ ਲੈਗ ਪੋਜੀਸ਼ਨ ਅਵੋਇਡ ਕਰੋ ਤੇ weight ਆਪਣਾ ਮੇਨਟੇਨ ਰੱਖੋ। ਸੋ ਮੇਰੇ ਵੱਲੋਂ ਇਹੀ ਮੈਸੇਜ ਹੈ, ਜੇ ਤੁਸੀਂ ਹੈਲਦੀ ਲਾਈਫ ਸਟਾਈਲ ਰੱਖੋਗੇ ਤਾਂ ਤੁਸੀਂ ਬੈਕ ਦੀ ਪ੍ਰੋਬਲਮ ਤੋਂ ਕਦੇ ਹਮੇਸ਼ਾ ਲਈ ਬਚੇ ਰਹਾਂਗੇ। ਤੇ ਇਹ ਸੀ ਡਾਕਟਰ ਸਿਮਰਪ੍ਰੀਤ ਜਿਨ੍ਹਾਂ ਨੇ ਦੱਸਿਆ ਸਾਨੂੰ ਕਿ ਕਿਵੇਂ ਅਸੀਂ ਕਿਉਰ ਕਰ ਸਕਦੇ ਹਾਂ ਆਪਣੀ ਸਪਾਈਨ ਰਿਲੇਟਡ ਪ੍ਰੋਬਲਮਸ ਤੇ ਕਿੰਨਾ ਕੁ ਉਹਦਾ ਖਰਚਾ ਆ ਜਾਏਗਾ ਤੇ ਇਵਨ ਕਿੱਦਾਂ ਆਪਣਾ ਰਾਈਟ ਪੋਸਚਰ ਹੋਣਾ ਚਾਹੀਦਾ ਹੈ, ਡਾਈਟ ਵੀ ਪ੍ਰੋਪਰ ਹੋਣੀ ਚਾਹੀਦੀ ਹੈ। ਤੇ ਹੋਰ ਇਹੋ ਜਿਹੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਸ਼ਪ੍ਰੀਤ ਕੌਰ, ਕੈਮਰਾਮੈਨ ਸਤਵੰਤ ਦੇ ਨਾਲ, ਲੁਧਿਆਣਾ ਟਾਈਮਸ।